प्लस प्रोग्राम 'ਚ ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਅਸੀਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਡਾਕਟਰ ਸਾਹਿਲ ਅਰੋੜਾ ਜੀ ਦੇ ਨਾਲ, ਜੋ ਕਿ ਮੋਟਾਪਾ ਸਰਜਰੀ ਅਤੇ ਦੂਰਬੀਨ ਨਾਲ ਆਪਰੇਸ਼ਨਾਂ ਦੇ ਮਾਹਿਰ ਨੇ। ਡਾਕਟਰ ਸਾਹਿਲ ਅਰੋੜਾ ਫੈਲੋਸ਼ਿਪ ਇਨ ਬੈਰੀਐਟ੍ਰਿਕ ਸਰਜਰੀ ਏਮਸ, ਫੈਲੋਸ਼ਿਪ ਐਡਵਾਂਸ ਲੈਪਰੋਸਕੋਪਿਕ ਪੁਣੇ ਆਗਰਾ, एक्स सर्जन RH पटियाला, कंसल्टेंट AP हेल्थ केयर पटियाला, कंसल्टेंट अरोड़ा हॉस्पिटल समाना ने साडी टीम ने डॉक्टर साहिल अरोड़ा जी नाल गलबात की, जिन्होंने सानू बैरीएट्रिक सर्जरी बारे विस्तृत जानकारी दी। आओ करते हैं गलबात डॉक्टर अरोड़ा नाल। दर्शकों, हेल्थ प्लस प्रोग्राम में ਤੁਹਾਡਾ ਸਵਾਗਤ ਹੈ। ਜਿਸ ਤੋਂ ਨਾਮ ਜਾਣ ਰਹੇ ਹਾਂ ਡਾਕਟਰ ਸਾਹਿਲ ਅਰੋੜਾ ਜੀ ਦੇ ਨਾਲ, ਜਿਹੜੇ ਪਿਛਲੇ ਲੰਬੇ ਸਮੇਂ ਤੋਂ ਬੈਰੀਐਟ੍ਰਿਕ ਸਰਜਰੀ ਦੇ ਮਾਹਰ ਨੇ ਔਰ ਪਟਿਆਲੇ ਵਿਖੇ ਆਪਣੇ ਸੇਵਾਵਾਂ ਦੇ ਰਹੇ ਨੇ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਸਾਡੇ ਸਪੈਸ਼ਲ ਸ਼ੋਅ 'ਚ। ਥੈਂਕ ਯੂ ਵੈਰੀ ਮਚ। ਥੈਂਕ ਯੂ। ਡਾਕਟਰ ਸਾਹਿਬ, ਬੈਰੀਐਟ੍ਰਿਕ ਸਰਜਰੀ ਜਿਹੜੀ ਕਿ ਕਿਸੇ ਸਮੇਂ ਦੇ ਉੱਤੇ ਇਹ ਸੋਚਿਆ ਜਾਂਦਾ ਹੁੰਦਾ ਸੀਗਾ ਕਿ ਮੋਟਾਪੇ ਵਾਲਾ ਜਿਹੜਾ ਪੇਸ਼ੈਂਟ ਉਹ ਕਦੇ ਵੀ ਠੀਕ ਨਹੀਂ ਹੋ ਸਕਦਾ, ਲੇਕਿਨ ਜਿਸ ਤਰੀਕੇ ਨਾਲ ਤੁਸੀਂ ਲੋਕਾਂ ਨੂੰ ਅਵੇਅਰ ਕੀਤਾ ਕਿ ਮੋਟਾਪਾ ਜਿਹੜਾ ਹੈਗਾ ਉਹ ਇੱਕ ਤਰ੍ਹਾਂ ਦੀ ਬਿਮਾਰੀ ਹੈ, ਇੱਕ ਤਰ੍ਹਾਂ ਦਾ ਇੱਕ ਪ੍ਰੋਬਲਮ ਵਾਲੀ ਗੱਲ ਹੈਗੀ ਆ, ਔਰ ਉਹਦੇ ਤੁਸੀਂ ਸਰਜਰੀਜ਼ ਕੀਤੀਆਂ ਲੋਕਾਂ ਦੀਆਂ, ਉਹਨਾਂ ਨੂੰ ਨਵੀਂ ਜ਼ਿੰਦਗੀ ਦਿੱਤੀ। ਔਰ ਮੋਟਾਪਾ ਜਿਹੜਾ ਕਿ ਨਾ ਐਕਸਰਸਾਈਜ਼ ਨਾਲ ਘੱਟ ਸਕਦਾ ਸੀ, ਨਾ ਡਾਈਟਿੰਗ ਨਾਲ ਘੱਟ ਸਕਦਾ ਸੀ, ਨਾ ਆਯੁਰਵੈਦਿਕ ਚੀਜ਼ਾਂ ਨਾਲ ਘੱਟ ਸਕਦਾ ਸੀ, ਉਹ ਮੋਟਾਪੇ ਵਾਲੇ ਪੇਸ਼ੈਂਟਸ ਨੂੰ ਤੁਸੀਂ ਸਰਜਰੀਜ਼ ਕਰਕੇ ਔਰ ਸਿੰਪਲਿਸਿਟੀ ਦੇ ਨਾਲ ਉਹਨਾਂ ਨੂੰ ਆਪਣੀ ਜ਼ਿੰਦਗੀ ਦਿੱਤੀ, ਔਰ ਅੱਜ ਉਹ ਨਵੀਂ ਜ਼ਿੰਦਗੀ ਪਾ ਕੇ ਆਪਣੇ ਮਜ਼ੇ ਲੈ ਰਹੇ ਨੇ ਜ਼ਿੰਦਗੀ ਦੇ। ਕੀ ਕਹਿਣਾ ਚਾਹੋਗੇ? ਦੇਖੋ, ਇੰਡੀਆ ਅੱਜ ਬਹੁਤ ਜ਼ਿਆਦਾ ਮੋਟਾਪੇ ਦਾ ਸ਼ਿਕਾਰ ਬਣ ਚੁੱਕਾ ਹੈ। ਆਫਟਰ US ਅਮਰੀਕਾ ਤੋਂ ਬਾਅਦ ਓਬੈਸਿਟੀ ਸਭ ਤੋਂ ਜ਼ਿਆਦਾ ਇੰਡੀਆ 'ਚ ਹੈ, ਐਂਡ ਇਟਸ ਅ ਡਿਜ਼ੀਜ਼। ਜੇ ਤੁਸੀਂ ਮੇਰਾ ਚਾਰਟ ਦੇਖੋਗੇ, ਸਿਰ ਤੋਂ ਲੈ ਕੇ ਪੈਰ ਤੱਕ ਹਰ ਚੀਜ਼ ਮੋਟਾਪੇ ਨਾਲ ਹੈ। डिप्रेशन, माइग्रेन, ट्यूमर, कोलेस्ट्रॉल, अस्थमा, घराड़े आना, हार्ट दिक्कत, BP, शुगर, किडनी गुर्दे की दिक्कत, ओवरी इनफर्टिलिटी, गोडे खराब होना, पेशाब की दिक्कत, पैरों ते गठिया जिन्हों कहने, सिर तो लेके पैर तक एवरीथिंग इज अफेक्टेड बाय ओबेसिटी। एक जड़ है जो कि सारी बीमारियां नू करती है। जे आप जड़ ही ठीक कर लांगे तो आप ये बीमारियां ਨੂੰ ਬਚਾ ਵੀ ਸਕਦੇ ਹਾਂ, ਤੇ ਜੇ ਹੋ ਗਈਆਂ ਉਹਨਾਂ ਨੂੰ ਵੀ ਠੀਕ ਕਰ ਸਕਦੇ ਹਾਂ। ਸ਼ੂਗਰ ਦਾ ਠੀਕ ਹੋਣ ਦਾ 80% ਚਾਂਸ ਲਿਖਿਆ ਹੋਰੇ ਇੱਕ ਮੋਟਾਪੇ ਦੇ ਆਪਰੇਸ਼ਨ ਨਾਲ, ਠੀਕ ਹੈ। ਹਾਰਟ ਅਟੈਕ ਦਾ ਰਿਸਕ 82% ਘਟ ਜਾਂਦਾ ਹੈ। ਸਾਹ ਦੀ ਦਿੱਕਤ 98% ਠੀਕ ਹੋ ਜਾਂਦੀ ਹੈ। ਜੇ ਬੰਦੇ ਨੂੰ ਜ਼ਿੰਦਗੀ ਸੌਖੀ ਮਿਲ ਜੇ, ਲੰਬੀ ਮਿਲ ਜੇ, ਬਿਨਾਂ ਬਿਮਾਰੀਆਂ ਤੋਂ ਮਿਲ ਜੇ, ਇਸ ਤੋਂ ਬਾਅਦ ਕੀ ਚਾਹੀਦਾ ਆਪਾਂ ਨੂੰ ਜ਼ਿੰਦਗੀ 'ਚ? ਨੰਬਰ 1। ਨੰਬਰ 2, ਇਹ ਬਿਮਾਰੀ ਤੋਂ ਇਲਾਵਾ ਮੋਟਾਪਾ ਆ ਬੰਦਾ ਡਿਪੈਂਡੈਂਟ ਹੋ ਜਾਂਦਾ ਹੈ। ਉਹ ਬਾਥਰੂਮ ਜਾਣ ਤੋਂ ਵੀ ਔਖਾ ਹੁੰਦਾ ਹੈ, ਤੁਰਨ ਵੇਲੇ ਵੀ ਔਖਾ ਹੁੰਦਾ ਹੈ, ਜੇ ਪੌੜੀ ਚੜ੍ਹਨੀ ਕਿਤੇ ਪੈ ਜੇ ਤਾਂ ਔਖਾ ਹੋ ਜਾਂਦਾ ਹੈ। ਉਹ ਗੱਲਾਂ ਉਹਨੂੰ ਆਪਣੇ ਆਪ ਨੂੰ ਸੈਲਫ ਕੌਨਫੀਡੈਂਸ ਖਤਮ ਕਰ ਦਿੰਦੀਆਂ, ਜਿਸ ਕਰਕੇ ਉਹ ਆਪਣੀ ਜ਼ਿੰਦਗੀ ਤੋਂ ਅੰਦਰ ਅੰਦਰ ਡਿਪਰੈਸ਼ਨ, ਨਿਰਾਸ਼ਾ ਵੱਲ ਚਲੇ ਜਾਂਦਾ ਹੈ। ਤਾਂ ਨੰਬਰ 2। ਨੰਬਰ 3, ਇੰਡੀਆ ਹੈਜ਼ ਬਿਕਮ ਦ ਡਾਇਬੀਟਿਕ ਕੈਪੀਟਲ ਆਫ ਦ ਵਰਲਡ। ਆਪਾਂ ਅਮਰੀਕਾ ਨੂੰ ਪਿੱਛੇ ਛੱਡਤਾ, ਸਭ ਨੂੰ ਪਿੱਛੇ ਛੱਡਤਾ ਕਿ ਆਪਾਂ ਇੰਨਾ ਜ਼ਿਆਦਾ ਓਬੈਸਿਟੀ ਕਰਕੇ ਡਾਇਬੀਟੀਜ਼ ਵੱਧ ਗਈ ਹੈ। ਐਂਡ ਇਹੀ ਸ਼ੂਗਰ ਕਿਡਨੀ ਨੂੰ ਵੀ ਇਫੈਕਟ ਕਰਦੀ ਹੈ, ਇਹੀ ਸ਼ੂਗਰ ਮੋਤੀਆ ਜਿਹਨੂੰ ਕੈਟਰੈਕਟ ਕਹਿੰਦੇ ਆ, ਇਹੀ ਸ਼ੂਗਰ ਹਾਰਟ ਅਟੈਕ, ਇਹੀ ਸ਼ੂਗਰ ਗੁਰਦੇ ਖਰਾਬ। ਸ਼ੂਗਰ ਸਾਰੀ ਬਿਮਾਰੀਆਂ ਨੂੰ ਲੈ ਜਾਂਦੀ ਹੈ, ਜਿਹਦਾ ਇੱਕ ਕਾਰਨ ਇੱਕ ਮੋਟਾਪਾ ਹੈ। ਜੇ ਆਪਾਂ ਮੋਟਾਪੇ ਤੋਂ ਨਿਜਾਤ ਪਾ ਸਕਦੇ ਹਾਂ, ਜੋ ਕਿ ਇੱਕ ਸਿੰਪਲ ਤਰੀਕੇ ਨਾਲ ਹੈ, ਜਿਹਨੂੰ ਕਿ ਦੂਰਬੀਨ ਨਾਲ ਆਪਰੇਸ਼ਨ, ਜਿਹਨੂੰ ਆਪਾਂ ਸਰਜਰੀ ਕਹਿੰਦੇ ਹਾਂ ਬੈਰੀਐਟ੍ਰਿਕ ਸਰਜਰੀ, ਬਟ ਇਹ ਬਹੁਤ ਹੀ ਸਿੰਪਲੀਫਾਈਡ ਸਰਜਰੀ ਹੈ, ਜਿਸ ਅਸੀਂ 24 ਤੋਂ 48 ਘੰਟੇ ਬਾਅਦ ਮਰੀਜ਼ ਨੂੰ ਛੁੱਟੀ ਕਰ ਦਿੰਦੇ ਹਾਂ। ਦੂਰਬੀਨ ਨਾਲ ਕੀਤਾ ਜਾਂਦਾ ਹੈ। 6 ਘੰਟੇ ਬਾਅਦ ਤੁਰਨ ਫਿਰਨ ਲੱਗ ਜਾਂਦਾ ਹੈ। 6 ਘੰਟੇ ਬਾਅਦ ਹੀ ਪਾਣੀ, ਲਿਕੁਇਡ ਡਾਈਟ ਤੇ ਪੇਸ਼ੈਂਟ ਆ ਜਾਂਦਾ ਹੈ। ਤਾਂ ਇਟਸ ਅ ਵੈਰੀ ਸਿੰਪਲ, ਵੈਰੀ ਇਫੈਕਟਿਵ ਸਰਜਰੀ, ਜੋ ਕਿ ਸਾਇੰਸ ਨੇ ਇੰਨੀ ਤਰੱਕੀ ਕਰ ਲਈ ਹੈ, ਜੋ ਕਿ ਡਿਫਿਕਲਟ ਫੇਸ ਸੀ, ਇੰਨੀ ਟੈਕਨੋਲੋਜੀ ਵੱਧ ਗਈ ਹੈ। ਇਹ ਸਰਜਰੀ ਬਹੁਤ ਹੀ ਸਿੰਪਲ ਹੋ ਗਈ ਹੈ, ਬਹੁਤ ਹੀ ਈਜ਼ੀ ਹੋ ਗਈ ਹੈ, ਪੇਸ਼ੈਂਟ ਫਰੈਂਡਲੀ ਹੋ ਗਈ ਹੈ। ਆਪਣੀ ਜੌਬ ਤੇ ਬੰਦਾ ਚੌਥੇ ਪੰਜਵੇਂ ਦਿਨ ਆਪਣੀ ਨੌਕਰੀ ਤੇ ਵਾਪਸ ਜਾ ਸਕਦਾ ਹੈ। ਐਂਡ ਸ਼ੂਗਰ ਔਨ ਦ ਡੇ 1 ਠੀਕ ਹੋਣ ਦਾ ਪੂਰਾ ਚਾਂਸ ਰਹਿੰਦਾ ਹੈ ਇਸ 'ਚ। ਦੱਸੋ, ਕਿਹੜੀ ਏਜ ਤੋਂ ਅਸੀਂ ਇਸ ਸਰਜਰੀ ਵੱਲ ਜਾ ਸਕਦੇ ਹਾਂ? ਕਿਉਂਕਿ ਮੋਰਲ ਓਬੈਸਿਟੀ ਜਿਹੜੀ ਹੈਗੀ ਆ ਚਿਲਡਰਨਸ ਦੇ ਵਿੱਚ, ਬੱਚਿਆਂ ਦੇ ਵਿੱਚ, 15 ਸਾਲ ਦੇ ਬੱਚੇ, 18 ਸਾਲ ਦੇ ਬੱਚੇ, 25 ਸਾਲ ਦੇ ਜਿਹੜੇ ਯੰਗ ਬਲੱਡਸ ਹੈਗੇ ਆ, ਅੱਜ ਕੱਲ੍ਹ ਉਹ ਵੀ ਮੋਟਾਪੇ ਦੇ ਗ੍ਰਸਤ ਹੋ ਰਹੇ ਆ। ਕੀ ਇਹ ਮਤਲਬ ਕੋਈ, ਕਿਉਂਕਿ ਅਗਰ ਮੋਟਾਪੇ ਦਾ ਆਪਰੇਸ਼ਨ ਕਰਾ ਲੈਂਦੇ ਆ, ਬਾਅਦ 'ਚ ਮੈਰਿਜਾਂ ਹੁੰਦੀਆਂ, ਉਹਨਾਂ ਨੂੰ ਲੱਗਦਾ ਕਿ ਪਤਾ ਨਹੀਂ ਅਸੀਂ ਕਿਸੇ ਚੀਜ਼ ਤੋਂ ਕਮੀ ਆ ਸਾਡੇ ਵਿੱਚ, ਔਰ ਉਹ ਆਪਦੇ ਉਹ ਹੀਨਤਾ ਭਾਵਨਾ 'ਚ ਅਟੈਚ ਆਪਦੇ ਨਾਲ ਰੱਖਦੇ ਹੈਗੇ ਆ। ਕੀ ਕਹਿਣਾ ਚਾਹੋਗੇ ਕਿ ਮੋਟਾਪੇ ਦੀ ਸਰਜਰੀ ਇੱਕ ਸਿੰਪਲ ਸਰਜਰੀ ਹੈ, ਜਿੱਦਾਂ ਆਪਾਂ ਕਿਸੇ ਹੋਰ ਚੀਜ਼ ਦੀ ਆਪਾਂ ਲੈਪਰੋਸਕੋਪਿਕ ਸਰਜਰੀ ਦੇ ਤੁਸੀਂ ਮਾਹਰ ਹੋ, ਕੋਈ ਥੋੜਾ ਜਿਹਾ ਸਟੋਨ ਕਢਾਉਣਾ, ਉਸੇ ਤਰ੍ਹਾਂ ਮੋਟਾਪੇ ਦੀ ਸਰਜਰੀ ਹੈ। ਕੋਈ ਇੱਦਾਂ ਗੱਲ ਨਹੀਂ ਹੈ ਕਿ ਉਹ ਬੰਦੇ ਦੀ ਸੈਕਸ਼ੂਅਲ ਲਾਈਫ ਦੇ ਵਿੱਚ ਜਾਂ ਬੰਦੇ ਦੀ ਅੱਗੇ ਵਾਲੀ ਜ਼ਿੰਦਗੀ ਦੇ ਵਿੱਚ ਬੰਦੇ ਲੜਕੇ ਦੇ ਜਾਂ ਲੜਕੀ ਦੇ ਕੋਈ ਪ੍ਰੋਬਲਮ ਆਊਗੀ? ਕੀ ਕਹਿਣਾ ਚਾਹੁੰਦੇ? ਦੇਖੋ, ਅਸੀਂ ਜੋ ਮੈਜੋਰਟੀ ਆਫ ਸਰਜਰੀਜ਼ ਕਰ ਰਹੇ ਹਾਂ, ਉਹ ਜਿਨ੍ਹਾਂ ਦਾ ਵਿਆਹ ਹੋਣ ਵਾਲਾ ਹੈ ਜਾਂ ਜਿਨ੍ਹਾਂ ਨੂੰ ਇਨਫਰਟੀਲਿਟੀ ਹੋ ਗਈ ਹੈ ਬਿਕੋਜ਼ ਆਫ ਓਬੈਸਿਟੀ। ਮੈਂ ਪਹਿਲਾਂ ਵੀ ਚਾਰਟ ਤੇ ਦਿਖਾਇਆ ਸੀ ਕਿ ਅੰਡੇਦਾਨੀ ਓਵਰੀ ਇੱਕ ਹੈਗੀ ਪੋਲੀਸਿਸਟਿਕ ਓਵਰੀ, 100% ਰੈਜ਼ੋਲੂਸ਼ਨ ਆਫ ਮੈਂਸਟਰੁਅਲ ਡਿਸਫੰਕਸ਼ਨ।
ਮੋਟਾਪੇ ਨਾਲ ਜਿਹੜੀ ਇੱਕ ਫੀਮੇਲ ਨੂੰ ਮੈਂਸਿਸ ਦੀ ਦਿੱਕਤ ਆਉਂਦੀ ਹੈ ਉਹਦਾ 100% ਰੈਜ਼ੋਲੂਸ਼ਨ ਹੋਣ ਦੇ ਚਾਂਸਸ ਹੈਗੇ ਹੈ, ਜਿਸ ਨਾਲ ਓਵਰੀਜ਼ ਬੈਟਰ ਕੰਮ ਕਰਦੀਆਂ। ਇੱਕ ਇਨਫਰਟੀਲਿਟੀ, ਪਹਿਲੀ ਗੱਲ ਆਪਾਂ ਇਨਫਰਟੀਲਿਟੀ ਤੇ ਆ ਰਹੇ ਹਾਂ, ਬੱਚਾ ਨਹੀਂ ਹੁੰਦਾ ਮੋਟਾਪਾ ਲੇਡੀਜ਼ ਨੂੰ, ਉਹ ਕਰਕੇ। ਨੰਬਰ 1 ਓਬੈਸਿਟੀ ਲੀਡ ਟੂ ਸੈਕਸ਼ੂਅਲ ਡਿਸਫੰਕਸ਼ਨ, ਮੋਟਾਪੇ ਨਾਲ ਇੱਕ ਸੈਕਸ਼ੂਅਲ ਡਿਸਫੰਕਸ਼ਨ ਵੀ ਰਹਿੰਦਾ ਹੈ ਬਿਕੋਜ਼ ਓਬੈਸਿਟੀ ਲੀਡਸ ਟੂ ਡਿਕਰੀਜ਼ ਇਨ ਪਰਫਾਰਮੈਂਸ। ਇੱਕ ਸੈਕਸ਼ੂਅਲ ਡਿਸਫੰਕਸ਼ਨ ਜੋ ਮੇਲਸ 'ਚ ਹੁੰਦਾ ਹੈ ਦੈਟ ਇਜ਼ ਵਨ ਆਫ ਦ ਕਾਜ਼ ਓਬੈਸਿਟੀ। ਮੋਟਾਪੇ ਨਾਲ ਇਹ ਪ੍ਰੋਬਲਮਸ ਖਤਮ ਹੋਣ ਨਾਲ ਇਹ ਪ੍ਰੋਬਲਮਸ ਵੱਧਦੀਆਂ ਨਹੀਂ, ਇਹ ਪ੍ਰੋਬਲਮਸ ਖਤਮ ਹੋ ਜਾਂਦੀਆਂ। ਮੋਟਾਪਾ ਸਰਜਰੀ ਇੱਕ ਨੈਚੁਰਲ ਸਰਜਰੀ ਹੈ ਜੋ ਕਿ ਦੂਰਬੀਨ ਨਾਲ ਕੀਤੀ ਜਾਂਦੀ ਹੈ, ਇੱਕ ਨੈਚੁਰਲ ਫਿਜ਼ੀਓਲੋਜੀਕਲ ਪ੍ਰੋਸੈਸ ਨੂੰ ਚੇਂਜ ਕੀਤਾ ਜਾਂਦਾ ਹੈ। ਇਸ ਨਾਲ ਜੋ ਸਰਜਰੀਜ਼ ਕਰਨ ਤੋਂ ਬਾਅਦ ਜੋ ਬੋਡੀ ਦਾ ਸਿਸਟਮ ਠੀਕ ਹੋ ਜਾਂਦਾ ਹੈ, ਬਿਮਾਰੀਆਂ ਠੀਕ ਹੋ ਜਾਂਦੀਆਂ, ਐਕਟੀਵਿਟੀ ਵੱਧ ਜਾਂਦੀ ਹੈ, ਮੈਟਾਬੋਲਿਜ਼ਮ ਫਾਸਟ ਹੋ ਜਾਂਦਾ ਹੈ। ਦਿਸ ਲੀਡਸ ਟੂ ਬੈਟਰ ਸੈਕਸ਼ੂਅਲ ਐਕਟੀਵਿਟੀ, ਬੈਟਰ ਲਾਈਫ, ਬੈਟਰ ਹੈਪੀ ਲਾਈਫ। ਆਈ ਕੈਨ ਸੇ ਡਾਕਟਰ ਸਾਹਿਬ, ਇਹ ਜਿਹੜੀਆਂ ਸਰਜਰੀਆਂ ਉਸ ਤੋਂ ਕਰਨ ਤੋਂ ਬਾਅਦ ਵਿੱਚ ਲੋਕਾਂ ਦੇ ਮਨ 'ਚ ਵਹਿਮ ਹੈ ਕਿ ਪਤਾ ਨਹੀਂ ਸਾਰੀ ਉਮਰ ਦਵਾਈ ਖਾਣੀ ਪਊਗੀ, ਪਤਾ ਨਹੀਂ ਅਸੀਂ ਡੰਕੀ ਹੋ ਜਾਵਾਂਗੇ। ਕੀ ਕਹਿਣਾ ਚਾਹੋਗੇ? ਸਿੰਪਲ ਆਪਰੇਸ਼ਨ ਹੈਗਾ, ਸਿੰਪਲ ਇੱਕ ਕੱਟ ਹੈਗਾ ਜਿਹੜਾ ਕੋਈ ਪੇਟ ਦੇ ਉੱਤੇ ਨਿਸ਼ਾਨ ਵੀ ਨਹੀਂ ਉਹਦੇ ਬੜੇ ਵੱਡੇ ਹੁੰਦੇ, ਕੀ ਕਹਿਣਾ ਚਾਹੋਗੇ? ਜਿਵੇਂ ਆ ਪੈਨ ਹੈ, ਆ ਪੈਨ ਦੇ ਨਿਸ਼ਾਨ, ਜਿੰਨੇ ਨਿਸ਼ਾਨ ਪੇਸ਼ੈਂਟ ਦੇ ਪੇਟ ਤੇ ਆਨੇ 2 ਜਾਂ 3 ਜੋ ਕਿ ਟਾਈਮ ਨਾਲ ਖਤਮ ਹੋ ਜਾਂਦੇ ਆ। 1 ਨੰਬਰ 1 ਨੰਬਰ 2 ਜੇ ਤੁਸੀਂ ਆਪਾਂ ਕਹਿ ਰਹੇ ਹਾਂ ਕਿ ਦਵਾਈ ਲੌਂਗ ਟਰਮ ਤੇ ਖਾਣੀ ਪੈਂਦੀ ਹੈ, ਇਹ ਗੱਲ ਬਿਲਕੁਲ ਹੀ ਗਲਤ ਭਾਵਨਾ ਹੈ। ਜੇ ਪੇਸ਼ੈਂਟ ਆਪਣੀ ਹੈਲਦੀ ਡਾਈਟ ਲੈਂਦਾ ਹੈ, ਹਾਈ ਪ੍ਰੋਟੀਨ ਡਾਈਟ, ਹਾਈ ਨਾਰਮਲ ਡਾਈਟ ਲੈਂਦਾ ਹੈ ਘਰ ਦੀ, ਜਿਵੇਂ ਇੰਡੀਅਨ ਡਾਈਟ ਹੈ ਜਿਸ 'ਚ ਦਾਲਾਂ, ਜਿਸ 'ਚ ਪਨੀਰ, ਜਿਸ 'ਚ ਦੁੱਧ, ਦਹੀਂ, ਲੱਸੀ ਦਾ ਵਰਤੋਂ ਜ਼ਿਆਦਾ ਕੀਤਾ ਹੈ, ਕੋਈ ਵੀ ਸਪਲੀਮੈਂਟਸ ਜ਼ਿਆਦਾਤਰ ਲੈਣ ਦੀ ਲੋੜ ਨਹੀਂ ਹੈ। ਬੇਸਿਕ ਸਰਜਰੀਜ਼ ਕੋਈ ਐਡਵਾਂਸ ਸਰਜਰੀ ਜੇ ਅਸੀਂ ਕਰਦੇ ਹਾਂ ਜਿਨ੍ਹਾਂ ਦਾ weight ਬਹੁਤ ਹੀ ਜ਼ਿਆਦਾ ਹੈ, ਇਨ ਦੈਟ ਕੇਸ ਵੀ ਡੂ ਅ ਬਾਈਪਾਸ ਸਰਜਰੀ, ਸ਼ੂਗਰ ਠੀਕ ਕਰਨੀ, ਉਹਨਾਂ ਪੇਸ਼ੈਂਟ ਨੂੰ ਅਸੀਂ ਸਿੰਪਲ ਇੱਕ ਮਲਟੀਵਿਟਾਮਿਨ ਜਾਂ ਕੈਲਸ਼ੀਅਮ ਦੀ ਗੋਲੀ ਖਾਣ ਨੂੰ ਕਹਿੰਦੇ ਹਾਂ, ਜੋ ਕਿ ਮੈਂ ਸਮਝਦਾ ਇੱਕ ਨੋਰਮਲ ਆਪਾਂ ਵੀ ਹਿਊਮਨ ਬੀਇੰਗ ਬੀਕਾਸੋਲ ਦਾ ਕੈਪਸੂਲ ਹਰ ਕੋਈ ਦੁਕਾਨ ਤੋਂ ਲੈ ਕੇ ਖਾਂਦਾ ਹੈ। ਦੈਟਸ ਅ ਸਿੰਪਲ ਵੇ। ਇੱਕ ਆਹ ਗੋਲੀ ਖਾਣੀ ਹੈ, ਉਹ ਵੀ ਜੇ ਅਸੀਂ ਮੇਜਰ ਸਰਜਰੀ, ਮੇਜਰ ਪ੍ਰੋਸੀਜਰ ਕਰਦੇ ਹਾਂ। ਉਸ ਤੋਂ ਇਲਾਵਾ ਆਪਰੇਸ਼ਨ ਨਹੀਂ ਕਰਾਉਣ ਤੋਂ ਬਾਅਦ ਮਰੀਜ਼ ਨੂੰ ਬੀਪੀ ਦੀ ਗੋਲੀ ਵੀ ਖਾਣੀ ਹੈ, ਸਾਹ ਦੀ ਗੋਲੀ ਵੀ ਖਾਣੀ ਹੈ, ਸ਼ੂਗਰ ਦੀ ਗੋਲੀ ਵੀ ਖਾਣੀ ਹੈ, ਦਰਦਾਂ ਦੀ ਗੋਲੀ ਖਾਣੀ ਹੈ। ਜੇ 5 ਜਾਨਲੇਵਾ ਦਵਾਈਆਂ ਦੇ ਬਦਲੇ ਆਪਾਂ ਇੱਕ ਤਾਕਤ ਦੀ ਮਲਟੀ ਵਿਟਾਮਿਨ ਦੀ ਗੋਲੀ, ਕੈਲਸ਼ੀਅਮ ਦੀ ਗੋਲੀ ਖਾ ਵੀ ਲੈਣੀ ਪੈ ਜੇ, ਆਈ ਡੋਂਟ ਥਿੰਕ ਜब आप तराजू च तोलिए तो कैल्शियम ਤੇ ਮਲਟੀਵਿਟਾਮਿਨ ਨੈਚੁਰਲ ਗੋਲੀ ਖਾਣਾ ਬੈਟਰ ਹੈ ਰੈਦਰ ਦੈਨ ਬੀਪੀ ਘਟਾਉਣ ਦੀਆਂ, ਸ਼ੂਗਰ ਘਟਾਉਣ ਦੀਆਂ, ਸਾਹ ਦੀਆਂ, ਦਰਦਾਂ ਦੀਆਂ ਆ ਗੋਲੀਆਂ ਖਾਣਾ, ਨੀਂਦ ਦੀਆਂ, ਡਿਪਰੈਸ਼ਨ ਦੀਆਂ। ਸੋ ਆਈ ਥਿੰਕ ਬੈਟਰ ਟੂ ਹੈਵ ਅਗਰ ਮਲਟੀਵਿਟਾਮਿਨ ਦੀ ਗੋਲੀ, ਉਹ ਵੀ ਹਰ ਮਰੀਜ਼ ਨੂੰ ਨਹੀਂ, ਕੁਝ ਮਰੀਜ਼ਾਂ ਨੂੰ ਖਾਣ ਨੂੰ ਕਿਹਾ ਜਾਂਦਾ ਹੈ ਬਿਲਕੁਲ, ਤੇ ਆਪਣੀ ਡਾਈਟ ਸਾਡੇ ਹਿਸਾਬ ਨਾਲ ਲਈ ਜਾਏ ਤਾਂ ਮਰੀਜ਼ ਨੂੰ ਅੱਗੇ ਆਉਣ ਵਾਲੀ ਜ਼ਿੰਦਗੀ ਲੰਬੀ, ਸੌਖੀ ਤੇ ਬਿਮਾਰੀ ਰਹਿਤ ਰਹੇਗੀ। ਦਰਸ਼ਕੋ, ਆਪਾਂ ਬਣੇ ਹੋਏ ਹਾਂ ਡਾਕਟਰ ਸਾਹਿਲ ਅਰੋੜਾ ਜੀ ਦੇ ਨਾਲ, ਜਿਨ੍ਹਾਂ ਦਾ ਲੰਬਾ ਐਕਸਪੀਰੀਅੰਸ ਹੋ ਚੁੱਕਿਆ। ਹੁਣ ਕਾਫੀ ਦੇਰ ਤੋਂ ਇਹ ਬੈਟਿਕ ਸਰਜਰੀਜ਼ ਕਰ ਰਹੇ ਨੇ, ਔਰ ਜਿੱਦਾਂ ਇਹਨਾਂ ਨੇ ਕਿਹਾ ਕਿ ਬਿਲਕੁਲ ਪਿੰਨ ਦਾ ਜਿਹੜਾ ਨਿਸ਼ਾਨ ਆਉਣਾ, ਔਰ ਐਜ਼ ਫਾਰ ਐਜ਼ ਕਾਸਟ ਦਾ ਕੰਸਰਨ, ਡਾਕਟਰ ਸਾਹਿਬ ਪਹਿਲਾਂ ਸਟਾਰਟਿੰਗ ਦੇ ਵਿੱਚ ਕਾਸਟ ਬਹੁਤ ਜ਼ਿਆਦਾ ਮਹਿੰਗੀਆਂ ਸੀਗੀਆਂ, ਉਹਦੇ ਬਾਰੇ ਅਸੀਂ ਗੱਲ ਕਰਨਾ ਚਾਹਾਂਗੇ ਕਿ ਕਾਸਟ ਪਟਿਆਲੇ 'ਚ ਤੁਸੀਂ ਬੈਠੇ ਹੋ ਇੱਕ ਐਸੇ ਹਸਪੀਟਲ ਦੇ ਵਿੱਚ ਜਿਸ 'ਚ ਇਨਫਰਾਸਟ੍ਰਕਚਰ ਬਹੁਤ ਵਧੀਆ, ਜਿਹਦੇ ਵਿੱਚ ਹਰ ਤਰ੍ਹਾਂ ਦੇ ਡਾਕਟਰਸ ਨੇ, ਤੁਹਾਡੇ ਨਾਲ ਨਿਊਰੋ ਦੇ ਡਾਕਟਰ ਨੇ, ਹਾਰਟ ਦੇ ਡਾਕਟਰ ਨੇ, ਇੱਕ ਮਲਟੀ ਸਪੈਸ਼ਲਿਟੀ ਵੈਂਚਰ 'ਤੇ ਤੁਸੀਂ ਬੈਠ ਕੇ ਇਹ ਸੇਵਾ ਦੇ ਰਹੇ ਹੋ, ਔਰ ਮਾਡਰਨ ਓਟੀ ਹੈਗਾ, ਕੀ ਕਹਿਣਾ ਚਾਹੋਗੇ? ਤੇ ਉਹ ਗੱਲ ਕਰਦਾ ਡੈਫੀਨਿਟਲੀ ਇਹ ਸਰਜਰੀ ਪਹਿਲਾਂ ਸਰਜਰੀ ਇਹ ਨਵੀਂ ਨਹੀਂ ਹੈਗੀ, ਸਰਜਰੀ ਹੈਜ਼ ਬੀਨ ਸਕਸੈਸਫੁਲ ਸਿੰਸ 1960। ਬਸ ਪਹਿਲਾ ਫਰਕ ਸੀ ਇਹ ਚੀਰ ਨਾਲ ਕੀਤੀ ਜਾਂਦੀ ਸੀ, ਟੈਕਨੋਲੋਜੀ ਵਧੀ ਦੂਰਬੀਨ ਨਾਲ ਕੀਤੀ ਗਈ, ਪਰ ਟੈਕਨੋਲੋਜੀ ਕਮਸ ਵਿਦ ਦ ਕਾਸਟ। ਜਿਵੇਂ ਜਿਵੇਂ ਟੈਕਨੋਲੋਜੀ ਵਧੀ, ਨਵੀਂ ਟੈਕਨੋਲੋਜੀ ਕਰਕੇ ਪਹਿਲਾਂ ਇਹਦੀ ਕਾਸਟ ਬਹੁਤ ਜ਼ਿਆਦਾ ਸੀ ਬਿਕੋਜ਼, ਪਰ ਹੁਣ ਨਵੀਂ ਕੰਪਨੀਜ਼, ਕੰਪੀਟੀਟਿਵ ਮਾਰਕੀਟ ਆ ਗਿਆ ਹੈ, ਜਿਸ ਕਰਕੇ ਇਹ ਪ੍ਰਾਈਸ ਹੁਣ ਰੀਜ਼ਨੇਬਲ ਪ੍ਰਾਈਸ 'ਚ ਆ ਗਈ ਹੈ। ਐਂਡ ਆਈ ਐਮ ਹੈਪੀ ਟੂ ਸ਼ੇਅਰ ਵਿਦ ਯੂ ਵੀ ਆਰ ਅ ਡੈਡੀਕੇਟਿਡ ਬੈਰੀਆਟ੍ਰਿਕ ਯੂਨਿਟ ਇਨ ਪਟਿਆਲਾ। ਇਹ ਇੱਕ ਇਕਲੌਤਾ ਸੈਂਟਰ ਹੈ ਪਟਿਆਲੇ ਵਿੱਚ ਜਿੱਥੇ ਡੈਡੀਕੇਟਿਡ ਬੈਰੀਆਟ੍ਰਿਕ ਟੇਬਲ, ਬੈਰੀਆਟ੍ਰਿਕ ਆਈਸੀਯੂ, ਬੈਰੀਆਟ੍ਰਿਕ ਰੂਮਸ, ਐਂਡ ਇਹ ਇਸ ਨੂੰ ਅਸੀਂ ਕਰਦੇ ਹੋਏ ਪੂਰਾ ਇੱਕ ਡਿਪਾਰਟਮੈਂਟ ਬਣਾਇਆ ਗਿਆ ਹੈ। ਐਂਡ ਅਗੇਨ ਆਈ ਐਮ ਸੇਇੰਗ ਦਿਸ ਹੈਜ਼ ਬਿਕਮ ਅ ਕਾਸਟ ਇਫੈਕਟਿਵ। ਜੇ ਤੁਸੀਂ ਅੱਜ ਵੀ ਜਾਓ, ਗੋਡੇ ਬਦਲਣ ਦਾ ਆਪਰੇਸ਼ਨ, ਗੁਰਦੇ ਬਦਲਵਾਉਣ ਦਾ ਆਪਰੇਸ਼ਨ, ਸਟੈਂਡਿੰਗ ਕਰਾਉਣ ਦਾ ਆਪਰੇਸ਼ਨ, ਜੇ ਇਹ ਆਪਰੇਸ਼ਨ ਬਚ ਕੇ ਥੋੜੇ ਜਿਹੇ ਪੈਸੇ ਲਾ ਕੇ, ਜੋ ਕਿ ਹੁਣ ਇਹ ਆਪਰੇਸ਼ਨ ਇੰਸ਼ੋਰੈਂਸ ਕਵਰ 'ਚ ਵੀ ਆ ਗਿਆ ਹੈ, ਗ੍ਰੇਟ, ਜੋ ਕਿ ਫ੍ਰੀ ਆਫ ਕਾਸਟ ਤੁਸੀਂ ਆਪਣੀ ਜ਼ਿੰਦਗੀ ਦੁਬਾਰਾ ਠੀਕ ਕਰ ਸਕਦੇ ਹੋ, ਤਾਂ ਆਈ ਥਿੰਕ ਦਿਸ ਇਜ਼ ਦ ਬੈਸਟ ਵੇ ਟੂ ਲਿਵ ਅ ਲਾਈਫ। ਦਰਸ਼ਕੋ, ਆਪਾਂ ਬਣੇ ਹੋਏ ਹਾਂ ਡਾਕਟਰ ਅਰੋੜਾ ਜੀ ਦੇ ਨਾਲ, ਔਰ ਇਹਨਾਂ ਦੇ ਕਹਿਣ ਦੇ ਮੁਤਾਬਕ ਹੁਣ ਇਹ ਆਮ ਲੋਕਾਂ ਦੀ ਪਹੁੰਚ ਆ ਗਿਆ। ਇਹ ਬਾਲੇ ਵੱਡੇ ਤਕੜੇ ਮੋਟਿਆਂ ਦੀ ਰੇਂਜ ਨਹੀਂ, ਹੁਣ ਇਹ ਆਮ ਮੋਟੇ ਜਿਹੜੇ ਬੰਦੇ ਆਪਾਂ ਆਮ ਘਰਾਂ ਨੂੰ ਬਿਲੋਂਗ ਕਰਦੇ ਆ, ਜਿਹੜੇ ਇੱਕ ਤਾਂ ਸਕੀਮ ਆ ਗਈ ਆ, ਔਰ ਉਹਦੇ ਨਾਲ 2 ਲੱਖ ਰੁਪਏ ਦੇ ਘੱਟ ਪੈਕੇਜ ਜੀ ਤੁਹਾਡਾ ਡਾਕਟਰ ਸਾਹਿਬ ਕੋਸ਼ਿਸ਼ ਕਰਦੇ ਆ ਕਿ ਪੇਸ਼ੈਂਟ ਦਾ ਸਾਰਾ ਕੁਝ ਪਾ ਕੇ ਸਾਥ ਦੇ। ਕੀ ਕਰਨਾ ਚਾਹੋਗੇ ਡਾਕਟਰ ਸਾਹਿਬ? ਬਿਲਕੁਲ, ਅਸੀਂ ਵਿਦਆਊਟ ਐਨੀ ਕੁਆਲਿਟੀ ਕੰਪਰੋਮਾਈਜ਼ ਆਈ ਵਾਂਟ ਟੂ ਸੇ, ਅਸੀਂ ਬੈਸਟ ਸਟੇਪਲਰਸ ਜੋ ਕਿ ਇੰਪਲਾਂਟ ਹੁੰਦੇ ਸੀ ਯੂਜ਼ ਕਰਦੇ, ਦੈਟ ਇਜ਼ USA ਮੇਡ, no Chinese or Indian products we use, no compromise on patient health, and it's a very affordable and very
ਸੇਫ ਐਂਡ ਵੈਰੀ ਸਾਇੰਟੀਫਿਕਲੀ ਪ੍ਰੂਵਨ ਸਰਜਰੀ। ਬਿਕੋਜ਼ ਜੇ ਤੁਸੀਂ ਇੱਕ ਵਾਰ ਆਪਣਾ ਮੋਟਾਪਾ 50-60 ਕਿਲੋ ਵਧਾ ਲਿਆ, ਉਹ ਡਾਈਟਿੰਗ ਐਕਸਰਸਾਈਜ਼ ਨਾਲ ਨਹੀਂ ਘੱਟ ਹੋ ਸਕਦਾ। ਬੰਦੇ ਕੋਲ ਦੋ ਹੀ ਰਸਤੇ ਹੈਗੇ, ਜਾਂ ਆਪਣੀ ਜ਼ਿੰਦਗੀ ਔਖੀ ਬਿਮਾਰੀ ਨਾਲ ਕਰੇ, ਜਾਂ ਬਿਮਾਰੀ ਰਹਿਤ ਲੰਬੀ ਸੌਖੀ ਤੇ ਬਿਨਾਂ ਬਿਮਾਰੀ ਤੋਂ ਜ਼ਿੰਦਗੀ ਜੀਏ। ਔਰ ਅਸੀਂ ਮੰਨੀਏ ਕਿ ਕਾਸਟ ਜਿਹੜੀ ਹੈਗੀ ਉਹ 2 ਲੱਖ ਤੋਂ ਘੱਟ ਹੀ ਹਲੇ ਸਰ ਜੂਗਾ। ਮੈਂ ਤੁਹਾਨੂੰ ਕਹਿ ਰਿਹਾ, ਜੋ ਤੁਸੀਂ ਕਿਹਾ ਤੁਸੀਂ ਹਲੇ ਬਹੁਤ ਜ਼ਿਆਦਾ ਕਿਹਾ, ਅਸੀਂ ਉਸ ਤੋਂ ਕਾਫੀ ਘੱਟ ਕਰਨ ਦੀ ਕੋਸ਼ਿਸ਼ ਕਰਾਂਗੇ, ਡਿਪੈਂਡ ਅਪਨ ਪੇਸ਼ੈਂਟ ਟੂ ਪੇਸ਼ੈਂਟ। ਪਰ ਜੋ ਤੁਸੀਂ ਕਿਹਾ ਉੱਥੇ ਤੱਕ ਅਸੀਂ ਆਪਣਾ ਕਿਸੇ ਪੇਸ਼ੈਂਟ ਦੀ ਫਿਕਰ ਪਹੁੰਚ ਨਹੀਂ ਦਾਂਗੇ। ਡਾਕਟਰ ਸਾਹਿਬ ਹੁਣ ਤੱਕ ਕਿੰਨੀਆਂ ਸਰਜਰੀਆਂ ਤੁਸੀਂ ਕਰ ਚੁੱਕੇ ਹੋ, ਔਰ ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਅਸੀਂ ਹੁਣੀ ਲਾਸਟ ਮੰਥ ਅਸੀਂ ਆਪਣੀ 100th ਸੈਂਚੁਰੀ ਸੈਲੀਬ੍ਰੇਟ ਕੀਤੀ, ਐਂਡ ਟੱਚਵੁੱਡ ਪਰਮਾਤਮਾ ਦੀ ਕਿਰਪਾ ਨਾਲ ਵਿਦਆਊਟ ਐਨੀ ਕੰਪਲਿਕੇਸ਼ਨਸ, ਐਂਡ ਆਲ ਪੇਸ਼ੈਂਟਸ ਆਰ ਹੈਪੀ, ਹੈਲਦੀ, ਵਿਦਆਊਟ ਐਨੀ ਡਿਜ਼ੀਜ਼ਸ, ਐਂਡ ਬਿਲਕੁਲ ਨਾਰਮਲ ਹੈ, ਐਂਡ ਰੈਗੂਲਰ ਸਾਡੇ ਫੋਲੋਅਪ ਤੇ ਹੈ। ਦਰਸ਼ਕੋ, ਅਗਰ ਤੁਸੀਂ ਵੀ ਗੱਲ ਕਰਨਾ ਚਾਹੋ ਡਾਕਟਰ ਸਾਹਿਬ ਨਾਲ, ਜਾਂ ਉਹਨਾਂ ਪੇਸ਼ੈਂਟਸ ਦੇ ਨਾਲ ਡਾਟਾਜ਼ ਲੈਣਾ ਚਾਹੋ, ਉਹਨਾਂ ਨਾਲ ਗੱਲਬਾਤ ਕਰਨਾ ਚਾਹੋ, ਯੂ ਆਰ ਮੋਸਟ ਵੈਲਕਮ। ਡਾਕਟਰ ਸਾਹਿਬ ਦਾ ਨੀਚੇ ਫੋਨ ਚੱਲ ਰਿਹਾ ਹੈਗਾ, ਡਾਕਟਰ ਸਾਹਿਬ ਦਾ ਐਡਰੈਸ ਚੱਲ ਰਿਹਾ, ਡਾਕਟਰ ਸਾਹਿਬ ਨੂੰ ਤੁਸੀਂ ਕਦੋਂ ਵੀ ਮਿਲ ਸਕਦੇ ਹੋ, ਔਰ ਡਾਕਟਰ ਸਾਹਿਬ ਦੇ ਨਾਲ ਫੋਨ ਦੇ ਉੱਤੇ ਅਪਾਇੰਟਮੈਂਟ ਲੈ ਕੇ ਗੱਲਬਾਤ ਕਰ ਸਕਦੇ ਹੋ। ਡਾਕਟਰ ਸਾਹਿਬ, ਤੁਹਾਡਾ ਸਾਨੂੰ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮਚ। ਇੰਡੀਆ ਨੂੰ ਫਿਟਨੈਸ ਦੀ ਤਰਫ ਲੈ ਕੇ ਜਾਈਏ। ਐਵਰੀਵਨ ਸ਼ੁੱਡ ਬੀ ਫਿਟ, ਬਿਨਾਂ ਬਿਮਾਰੀ ਤੋਂ, ਹੈਪੀ ਐਂਡ ਸੈਲਫ ਕੌਨਫੀਡੈਂਸ ਨਾਲ ਜੀ। ਥੈਂਕ ਯੂ।